ਕੈਪਟਨ ਸਾਹਿਬ ਆਪਣੀ ਸਰਕਾਰ ਬਚਾਉਣ ਦੇ ਲਈ ਆਪਣੇ ਮੰਤਰੀਆਂ ਨੂੰ ਰਿਸ਼ਵਤ ਵੰਡ ਰਹੇ ਨੇਗੇ, ਉਹਨਾਂ ਦੀ ਖਰੀਦੋ ਫਰੋਖਤ ਕਰ ਰਹੇ ਨੇ, ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਘਮਾਸਾਨ ਜਿਹੜਾ ਹੈਗਾ ਚੱਲ ਰਿਹਾ ਹੈਗਾ। ਉਸ ਨੌਜਵਾਨ ਕੋਲੇ ਜਿਹੜਾ ਕਾਂਗਰਸ ਸਾਹਿਬ ਦਾ ਜਵਾਈ ਆ, ਆਪਣੇ ਕੋਲੇ ਉਹਦੇ ਕੋਲੇ ਸੋਰਸ ਨੇਗੇ, ਆਪਣੇ ਕੋਲੇ ਉਹਦੇ ਕੋਲੇ ਪੈਸਾ ਗਾ, ਉਹਨੂੰ ਤਰਸ ਦੇ ਆਧਾਰ ਤੇ ਨੌਕਰੀ ਦੀ ਕੋਈ ਲੋੜ ਨਹੀਂ ਹੈਗੀ। ਕੈਪਟਨ ਸਾਹਿਬ ਮੁੜ ਰਿਉੜੀਆਂ ਆਪਣੇ ਘਰਦਿਆਂ ਨੂੰ ਵੰਡ ਰਹੇ ਨੇਗੇ, ਉਹ ਤਾਂ ਵੰਡ ਰਹੇ ਨੇ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਦੀ ਬਗਾਵਤ ਖੜੀ ਹੋਈ ਆ ਉਹਨੂੰ ਸ਼ਾਂਤ ਕਰਨ ਦੇ ਲਈ ਕਿਤੇ ਵਿਧਾਇਕਾਂ ਨੂੰ ਖਰੀਦ ਰਹੇ ਨੇਗੇ, ਕਿਤੇ ਮੰਤਰੀਆਂ ਨੂੰ ਖਰੀਦ ਰਹੇ ਨੇਗੇ। ਆਮ ਆਦਮੀ ਪਾਰਟੀ ਬਿਲਕੁਲ ਬੜਾ ਜਲਦੀ ਕੈਪਟਨ ਸਾਹਿਬ ਦਾ ਅਸੀਂ ਘਿਰਾਓ ਕਰਾਂਗੇ ਔਰ ਕੈਪਟਨ ਸਾਹਿਬ ਦੀ ਸਰਕਾਰ ਨੂੰ, ਕਾਂਗਰਸ ਪਾਰਟੀ ਨੂੰ ਮਜਬੂਰ ਕਰਾਂਗੇ ਕਿ ਜਿਹੜਾ ਫੈਸਲਾ ਉਹ ਵਾਪਸ ਲਿਆ ਜਾਵੇ। ਇਹੋ ਜਿਹੇ ਹੋਰ ਬਹੁਤ ਸਾਰੇ ਕੇਸ ਹੋਣਗੇ ਔਰ ਤੁਹਾਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਦੇ ਆਗੂਆਂ ਤੁਸੀਂ, ਤੁਹਾਡੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹਨਾਂ ਲੋਕਾਂ ਨੂੰ ਵੀ ਹਾਈਲਾਈਟ ਕਰੋ, ਉਹਨਾਂ ਲੋਕਾਂ ਨੂੰ ਲੈ ਕੇ ਚਿੱਠੀਆਂ ਵੀ ਲਿਖੋ ਕਿ ਆਹ ਦੇਖੋ ਇਹਨਾਂ ਲੋਕਾਂ ਦੇ ਵੀ ਇਸੇ ਤਰ੍ਹਾਂ ਦੇ ਜੋ ਸਿਮਿਲਰ ਕੇਸ ਨੇ, ਬਿਲਕੁਲ ਇਸ ਤਰ੍ਹਾਂ ਦਾ ਵੀ ਕਰਨਾ ਚਾਹੀਦਾ ਤੁਹਾਨੂੰ ਕੁਛ ਨਾ ਕੁਛ। ਪੰਜਾਬ ਸਰਕਾਰ ਨੇ ਪਹਿਲਾਂ 2 ਵਿਧਾਇਕਾਂ ਦੇ ਬੇਟਿਆਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਸੀ। ਬਹੁਤ ਵਿਵਾਦ ਹੋਇਆ, ਕਾਂਗਰਸ ਹਾਈਕਮਾਨ ਨੇ ਕਿਹਾ ਕਿ ਨੌਕਰੀਆਂ ਨਾ ਲੈਣ ਵਿਧਾਇਕ, ਔਰ ਅੱਜ ਫਿਰ ਵਿਵਾਦ ਛਿੜ ਗਿਆ। ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਨੌਕਰੀ ਦਿੱਤੀ ਗਈ ਹੈ। ਔਰ ਗੱਲਬਾਤ ਕਰਦੇ ਹਾਂ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਆਗੂ ਨੇ। ਚੀਮਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ? ਇਹੋ ਜਿਹੇ ਤਾਂ ਬਹੁਤ ਸਾਰੇ ਹੋਰ ਵੀ ਕੇਸਿਸ ਹੋਣਗੇ, ਪਰ ਅੱਜ ਕੈਬਨਿਟ ਦੇ ਵਿੱਚ ਪਾਸ ਕਰ ਦਿੱਤਾ ਔਰ ਮੰਤਰੀ ਸਾਹਿਬ ਦੇ ਜਵਾਈ ਨੂੰ ਨੌਕਰੀ ਦਿੱਤੀ ਜਾ ਰਹੀ ਹੈ, ਕਿੱਦਾਂ ਦੇਖਦੇ ਹੋ? ਅੱਜ ਤਰਸ ਦੇ ਆਧਾਰ ਤੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨੌਕਰੀ ਮੰਗ ਰਹੇ ਨੇਗੇ, ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੇ ਮਾਪੇ ਚਲੇ ਗਏ, ਬਹੁਤ ਸਾਰੇ ਨੌਜਵਾਨ ਜਿਨ੍ਹਾਂ ਦੇ ਪਿਤਾ ਜਾਂ ਮਾਤਾ ਡਿਪਾਰਟਮੈਂਟਾਂ ਦੇ ਵੀ ਸਰਵਿਸ ਕਰ ਰਹੇ ਸੀ, ਉਹ ਮਾਰੇ ਗਏ ਜਾਂ ਕੁਦਰਤੀ ਆਫਤ ਦਾ ਸ਼ਿਕਾਰ ਹੋ ਗਏ ਜਾਂ ਕੁਦਰਤੀ ਮੌਤ ਦਾ ਸ਼ਿਕਾਰ ਹੋ ਗਏ, ਉਹ ਵੀ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਨੌਕਰੀ ਮਿਲੇ। ਔਰ ਦੂਜੇ ਪਾਸੇ 2017 'ਚ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਮੈਂ ਘਰ ਘਰ ਰੁਜ਼ਗਾਰ ਦੇਵਾਂਗਾ, ਔਰ ਉਸ ਰੁਜ਼ਗਾਰ ਦੀ ਪ੍ਰਾਪਤੀ ਦੇ ਲਈ ਪੂਰੇ ਪੰਜਾਬ ਦੇ ਨੌਜਵਾਨ ਧਰਨਿਆਂ ਤੇ ਨੇਗੇ, ਨੌਜਵਾਨ ਨਹਿਰਾਂ ਛਾਲਾਂ ਮਾਰ ਰਹੇ ਨੇ, ਨੌਜਵਾਨ ਟੈਂਕੀਆਂ ਤੇ ਚੜੇ ਨੇਗੇ, ਟਾਵਰਾਂ ਤੇ ਚੜੇ ਨੇ, ਕੈਪਟਨ ਸਾਹਿਬ ਨੂੰ ਆਪਣਾ ਵਾਅਦਾ ਯਾਦ ਕਰਾ ਰਹੇ ਨੇ। ਔਰ ਦੂਜੇ ਪਾਸੇ ਮੈਂ ਸਮਝਦਾ ਕੈਪਟਨ ਸਾਹਿਬ ਆਪਣੀ ਸਰਕਾਰ ਬਚਾਉਣ ਦੇ ਲਈ ਆਪਣੇ ਮੰਤਰੀਆਂ ਨੂੰ ਰਿਸ਼ਵਤ ਵੰਡ ਰਹੇ ਨੇਗੇ, ਉਹਨਾਂ ਦੀ ਖਰੀਦੋ ਫਰੋਖਤ ਕਰ ਰਹੇ ਨੇ, ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਘਮਾਸਾਨ ਜਿਹੜਾ ਹੈਗਾ ਚੱਲ ਰਿਹਾ ਹੈਗਾ, ਬਹੁਤ ਵੱਡੀ ਲੜਾਈ ਚੱਲ ਰਹੀ ਆ। ਉਸ ਲੜਾਈ ਨੂੰ ਸ਼ਾਂਤ ਕਰਨ ਦੇ ਲਈ ਕੈਪਟਨ ਸਾਹਿਬ ਆਪਣੇ ਵਿਧਾਇਕਾਂ ਦੀ, ਆਪਣੇ ਮੰਤਰੀਆਂ ਦੀ, ਆਪਣੇ ਕਾਂਗਰਸੀਆਂ ਦੀ ਖਰੀਦੋ ਫਰੋਖਤ ਕਰ ਰਹੇ ਨੇਗੇ ਔਰ ਸਾਰੇ ਕਾਨੂੰਨਾਂ ਨੂੰ ਸਿੱਕੇ ਤੇ ਟੰਗ ਰਹੇ ਨੇ। ਉਹ ਵੱਡੀ ਗੱਲ ਆ ਕਿ ਉਸ ਨੌਜਵਾਨ ਕੋਲੇ ਜਿਹੜਾ ਕਾਂਗਰਸ ਸਾਹਿਬ ਦਾ ਜਵਾਈ ਆ, ਆਪਣੇ ਕੋਲੇ ਉਹਦੇ ਕੋਲੇ ਸੋਰਸ ਨੇਗੇ, ਆਪਣੇ ਕੋਲੇ ਉਹਦੇ ਕੋਲੇ ਪੈਸਾ ਗਾ, ਉਹਨੂੰ ਤਰਸ ਦੇ ਆਧਾਰ ਤੇ ਨੌਕਰੀ ਦੀ ਕੋਈ ਲੋੜ ਨਹੀਂ ਹੈਗੀ। ਸੋ ਮੈਂ ਸਮਝਦਾ ਅੱਜ ਪੰਜਾਬ ਵਿੱਚ ਜੰਗਲ ਰਾਜ ਆ, ਉਸ ਜੰਗਲ ਰਾਜ ਦੀ ਅਗਵਾਈ ਪੰਜਾਬ ਵਿੱਚ ਕੈਪਟਨ ਸਾਹਿਬ ਕਰ ਰਹੇ ਨੇ, ਕਾਂਗਰਸ ਪਾਰਟੀ ਕਰ ਰਹੀ ਆ। ਅੱਜ ਪੰਜਾਬ ਵਿੱਚ ਲੱਖਾਂ ਹੀ ਲੋਕ ਧਰਨਿਆਂ ਤੇ ਨੇ। ਅੱਜ ਪੂਰਾ ਪਟਿਆਲੇ ਦੇ ਵਿੱਚ ਲਗਭਗ 1100 ਤੋਂ ਉੱਪਰ ਧਰਨੇ ਇਕੱਲੇ ਪਟਿਆਲੇ 'ਚ ਹੋ ਗਏ ਰੁਜ਼ਗਾਰ ਪ੍ਰਾਪਤੀ ਲਈ। ਅੱਜ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹਾ ਹੈੱਡਕੁਆਟਰ ਤੇ ਬੇਰੁਜ਼ਗਾਰ ਨੌਜਵਾਨ, ਬੇਰੁਜ਼ਗਾਰ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿ ਕੁਆਲੀਫਾਈਡ ਨੇ, ਜਿਹੜੇ ETT ਪਾਸ, ਟੈਟ ਪਾਸ ਨੌਜਵਾਨ ਜਿਨ੍ਹਾਂ ਨੇ ਬੜੀਆਂ ਵੱਡੀਆਂ ਪੜ੍ਹਾਈਆਂ ਕੀਤੀਆਂ ਨੇ, ਲੰਬਾ ਸਮਾਂ ਆਪਣੇ ਮਾਪਿਆਂ ਦਾ ਪੈਸਾ ਲਾ ਕੇ ਆਪਣੀ ਜ਼ਿੰਦਗੀ ਨੂੰ ਸਵਾਰਨ ਦੇ ਲਈ, ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਪੜ੍ਹਾਈਆਂ ਕੀਤੀਆਂ ਨੇ, ਅੱਜ ਉਹ ਸਾਰੇ ਧਰਨਿਆਂ ਤੇ ਨੇਗੇ, ਉਹ ਰੁਜ਼ਗਾਰ ਪ੍ਰਾਪਤੀ ਦੀ ਮੰਗ ਕਰ ਰਹੇ ਨੇਗੇ। ਔਰ ਦੂਜੇ ਪਾਸੇ ਕੈਪਟਨ ਸਾਹਿਬ ਮੁੜ ਰਿਉੜੀਆਂ ਆਪਣੇ ਘਰਦਿਆਂ ਨੂੰ ਵੰਡ ਰਹੇ ਨੇਗੇ, ਉਹ ਤਾਂ ਵੰਡ ਰਹੇ ਨੇ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਦੀ ਬਗਾਵਤ ਖੜੀ ਹੋਈ ਆ ਉਹਨੂੰ ਸ਼ਾਂਤ ਕਰਨ ਦੇ ਲਈ ਕਿਤੇ ਵਿਧਾਇਕਾਂ ਨੂੰ ਖਰੀਦ ਰਹੇ ਨੇਗੇ, ਕਿਤੇ ਮੰਤਰੀਆਂ ਨੂੰ ਖਰੀਦ ਰਹੇ ਨੇਗੇ। ਚੀਮਾ ਸਾਹਿਬ, ਅੱਜ ਕਾਂਗੜ ਹੋਣਾ ਦਾ ਬਿਆਨ ਆਇਆ, ਗੁਰਪ੍ਰੀਤ ਕਾਂਗੜ ਹੋਣੀ ਕਹਿ ਰਹੇ ਨੇ ਕਿ ਇਹ ਕੋਈ ਮੇਰੀ ਕੁੜੀ ਦੇ ਨਾਲ ਵਿਆਹ ਹੋ ਗਿਆ, ਉਹਨਾਂ ਦਾ ਉਸ ਮੁੰਡੇ ਦੀ ਕੋਈ ਬਦਨਸੀਬੀ ਥੋੜੀ ਹੈ। ਕਹਿੰਦੇ ਕਿ ਉਹਨਾਂ ਦੇ ਤਾਂ ਗਰਾਊਂਡ ਸੀਗਾ, ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਔਰ ਜਿੱਦਾਂ ਟਵੀਟ ਵੀ ਸਰਕਾਰ ਵੱਲੋਂ ਆਇਆ ਕਿ ਸਕੈਮ ਫੜਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਪੂਰਾ ਉਸੇ ਚੀਜ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਗਰਾਊਂਡ ਬਣਾਉਣ ਦੀ ਤਿਆਰੀ, ਜਾਂ ਕਿਹਾ ਜਾ ਸਕਦਾ ਕਿ ਗਰਾਊਂਡ ਬਣਾਇਆ ਜਾ ਰਿਹਾ ਕਿ ਉਹਨਾਂ ਦੀਆਂ ਪੁਰਾਣੀਆਂ ਚੀਜ਼ਾਂ ਦੱਸ ਕੇ ਕਿ ਜੋ ਉਹਨਾਂ ਨੇ ਸਕੈਮ ਫੜਾਇਆ ਸੀ, ਇਸ ਕਰਕੇ ਉਹ ਚੀਜ਼ਾਂ ਵੀ ਨਾਲ ਜੋੜੀਆਂ ਗਈਆਂ, ਰეკਮੈਂਡ ਵੀ ਕੀਤੀਆਂ ਗਈਆਂ ਤੇ ਨਾਲ ਹੁਣ ਦਿਖਾਈਆਂ ਵੀ ਜਾ ਰਹੀਆਂ ਕਿ ਇਸ ਕਰਕੇ ਵੀ ਨੌਕਰੀ ਦਿੱਤੀ ਗਈ ਹੈ। ਬਹੁਤ ਸਾਰੇ ਵਿਅਕਤੀਆਂ ਨੇ ਪੰਜਾਬ ਵਿੱਚ ਕੈਪਟਨ ਸਾਹਿਬ ਦੇ ਖਿਲਾਫ ਵੀ ਸਕੈਮ ਫੜੇ ਨੇਗੇ, ਬਹੁਤ ਸਾਰੇ ਵਿਅਕਤੀਆਂ ਨੇ ਬਾਦਲ ਸਾਹਿਬ ਦੇ ਖਿਲਾਫ ਵੀ ਬਹੁਤ ਸਾਰੇ ਸਕੈਮ ਫੜੇ ਨੇਗੇ ਕਿ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ, ਉਹਨਾਂ ਨੂੰ ਤਾਂ ਆਪਣੀ ਜਾਨ ਤੋਂ ਹੱਥ ਗਵਾਉਣੇ ਪਏ। ਸੋ ਔਰ 4.5 ਸਾਲਾਂ ਬਾਅਦ ਔਰ ਉਸ ਸਮੇਂ ਜਦੋਂ ਪੰਜਾਬ ਸਰਕਾਰ ਵਿੱਚ ਬਗਾਵਤ ਹੋ ਰਹੀ ਆ ਔਰ ਉਸ ਸਮੇਂ ਜਦੋਂ ਕੈਪਟਨ ਸਾਹਿਬ ਘੱਟ ਗਿਣਤੀ 'ਚ ਰਹਿ ਰਹੇ ਨੇ ਕਿ ਉਸ ਸਮੇਂ ਵਿਧਾਇਕਾਂ ਨੂੰ ਖਰੀਦਣਾ, ਉਸ ਸਮੇਂ ਨੌਕਰੀਆਂ ਦੇਣਾ, ਇਸ ਗੱਲ ਦਾ ਸਵਾਲ ਖੜਾ ਕਰਦਾ ਗਾ ਕਿ ਕੈਪਟਨ ਸਾਹਿਬ ਆਪਣੀ ਸਰਕਾਰ ਬਚਾਉਣ ਤੇ ਲੱਗੇ ਹੋਏ ਨੇਗੇ ਔਰ ਸਾਰੀ ਸਰਕਾਰੀ ਮਸ਼ੀਨਰੀ ਆਪਣੀ ਸਰਕਾਰ ਬਚਾਉਣ ਦੇ ਲਈ ਜਿਹੜੀ ਆ ਉਹਨਾਂ ਨੇ ਝੋਕੀ ਹੋਈ ਹੈਗੀ। ਸੋ ਮੈਂ ਸਮਝਦਾ ਜਿਹੜੇ ਹੋਰ ਐਲੀਜੀਬਲ ਨੌਜਵਾਨ ਨੇ ਪੰਜਾਬ ਦੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੰਬਾ ਅਰਸਾ ਚਾਹੇ ਉਹ ਅੱਤਵਾਦ ਦਾ ਸ਼ਿਕਾਰ ਹੋਏ ਨੇਗੇ,
ਚਾਹੇ ਉਹ ਸਰਕਾਰੀ ਵਧੀਕੀਆਂ ਦਾ ਸ਼ਿਕਾਰ ਹੋਏ ਨੇਗੇ, ਚਾਹੇ ਉਹ ਕਿਸਾਨੀ ਸੰਘਰਸ਼ ਦੇ ਦੌਰਾਨ ਆਪਦੀ ਸ਼ਹਾਦਤ ਪ੍ਰਾਪਤ ਕਰਕੇ, ਉਹਨਾਂ ਸਾਰਿਆਂ ਨੂੰ ਸਰਕਾਰ ਕਿਉਂ ਨਹੀਂ ਪਹਿਲ ਦੇ ਆਧਾਰ ਤੇ ਨੌਕਰੀ ਦਿੰਦੀ ਹੈਗੀ? ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਲਈ ਲੜੇ, ਮੈਂ ਦੇਖਿਆ ਮੇਰੇ ਕੋਲ ਬਹੁਤ ਸਾਰੇ ਲੋਕ ਆਉਂਦੇ ਨੇ, ਮੈਂ ਹਰ ਰੋਜ਼ ਲੈਟਰ ਤਰਸ ਦੇ ਆਧਾਰ ਤੇ ਸਰਕਾਰ ਨੂੰ ਲਿਖਦਾ, ਉਹਨਾਂ ਦਾ ਵੱਲ ਕੋਈ ਧਿਆਨ ਨਹੀਂ ਸਰਕਾਰ ਦਾ। ਸੋ ਮੈਂ ਸਮਝਦਾ ਤਰਸ ਦੇ ਆਧਾਰ ਤੇ ਤੁਸੀਂ ਗਰਾਊਂਡ ਬਣਾ ਕੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨੌਕਰੀ ਦੇਣਾ, ਇਸ ਗੱਲ ਲਈ ਤੁਹਾਡੇ ਤੇ ਬਹੁਤ ਵੱਡੀ ਇੱਕ ਉਂਗਲ ਖੜੀ ਹੁੰਦੀ ਹੈ ਕਿ ਕੈਪਟਨ ਸਾਹਿਬ ਤੁਸੀਂ ਆਪਣੀ ਸਰਕਾਰ ਬਚਾਉਣ ਦੇ ਲਈ ਅੱਜ ਖਰੀਦੋ ਫਰੋਖਤ ਤੇ ਉਤਰੇ ਹੋਏ ਹੋਗੇ। ਆਪ ਕੀ ਕਰੇਗੀ ਹੁਣ, ਕਰੇਗੀ ਕੁਝ? ਆਮ ਆਦਮੀ ਪਾਰਟੀ ਬਿਲਕੁਲ ਬੜੇ ਜਲਦੀ ਕੈਪਟਨ ਸਾਹਿਬ ਦਾ ਅਸੀਂ ਘਿਰਾਓ ਕਰਾਂਗੇ ਔਰ ਕੈਪਟਨ ਸਾਹਿਬ ਦੀ ਸਰਕਾਰ ਨੂੰ, ਕਾਂਗਰਸ ਪਾਰਟੀ ਨੂੰ ਮਜਬੂਰ ਕਰਾਂਗੇ ਕਿ ਜਿਹੜਾ ਫੈਸਲਾ ਨੂੰ ਵਾਪਸ ਲਿਆ ਜਾਵੇ। ਔਰ ਦੂਜੇ ਪਾਸੇ ਮੈਂ ਰਾਹੁਲ ਗਾਂਧੀ ਜੀ ਨੂੰ, ਮੈਂ ਸੋਨੀਆ ਗਾਂਧੀ ਜੀ ਨੂੰ, ਉਹਨਾਂ ਨੂੰ ਚੈਲੰਜ ਕਰਦਾ ਕਿ ਜੇਕਰ ਤੁਹਾਡੇ 'ਚ ਥੋੜੀ ਬਹੁਤੀ ਵੀ ਇਮਾਨਦਾਰੀ ਆ ਤਾਂ ਆਪਣੇ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਕੁਰਸੀ ਤੋਂ ਹਟਾ ਕੇ ਜਿਹੜਾ ਕਿਸੇ ਇਮਾਨਦਾਰ ਵਿਅਕਤੀ ਨੂੰ ਕੁਰਸੀ ਤੇ ਲਾਉਣ, ਕਿਉਂਕਿ ਅੱਜ ਪੰਜਾਬ ਵਿੱਚ ਜਿਹੜੀਆਂ ਨੌਕਰੀਆਂ ਉਹ ਲਗਾਤਾਰ ਆਪਣੇ ਨੂੰ ਵੰਡੀਆਂ ਜਾ ਰਹੀਆਂ ਨੇ। ਸਾਹਿਬ ਇੱਕ ਸਵਾਲ ਮੇਰਾ ਇੰਪੋਰਟੈਂਟ ਹੈ ਕਿ ਇਹੋ ਜਿਹੇ ਹੋਰ ਬਹੁਤ ਸਾਰੇ ਕੇਸ ਹੋਣਗੇ ਔਰ ਤੁਹਾਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਦੇ ਆਗੂਆਂ ਤੁਸੀਂ, ਤੁਹਾਡੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹਨਾਂ ਲੋਕਾਂ ਨੂੰ ਵੀ ਹਾਈਲਾਈਟ ਕਰੋ, ਉਹਨਾਂ ਲੋਕਾਂ ਨੂੰ ਲੈ ਕੇ ਚਿੱਠੀਆਂ ਵੀ ਲਿਖੋ ਕਿ ਆਹ ਦੇਖੋ ਇਹਨਾਂ ਲੋਕਾਂ ਦੇ ਵੀ ਇਸੇ ਤਰ੍ਹਾਂ ਦੇ ਜੋ ਸਿਮਿਲਰ ਕੇਸ ਨੇ, ਬਿਲਕੁਲ ਇਸ ਤਰ੍ਹਾਂ ਦਾ ਵੀ ਕਰਨਾ ਚਾਹੀਦਾ ਤੁਹਾਨੂੰ ਕੁਛ ਨਾ ਕੁਛ? ਦੇਖੋ ਬਹੁਤ ਸਾਰੇ ਕੇਸ ਜਿਹੜੇ ਮੇਰੇ ਕੋਲੇ ਆਏ ਨੇ ਹੁਣ ਤੱਕ, ਉਹਨਾਂ ਸਾਰੀਆਂ ਦੇ ਲੈਟਰ ਬਤੌਰ ਮੈਂ ਲੈਟਰ ਲਿਖ ਕੇ ਮੁੱਖ ਮੰਤਰੀ ਨੂੰ ਭੇਜ ਦਾਂਗਾ, ਜਿਹੜੇ ਸੰਬੰਧਿਤ ਡਿਪਾਰਟਮੈਂਟ ਇਹਨਾਂ ਨੂੰ ਭੇਜ ਦਾਂਗਾ, ਪਰ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਉਹ ਵਿਅਕਤੀ ਜਿਹੜੇ ਐਲੀਜੀਬਲ ਨੇਗੇ, ਜਿਹੜੇ ਬਿਲਕੁਲ ਯੋਗ ਨੇਗੇ, ਮੇਰੇ ਕੋਲੇ ਬਹੁਤ ਸਾਰੇ PRTC ਦੇ ਕੰਮ ਆਏ, ਮੇਰੇ ਕੋਲੇ ਬਹੁਤ ਸਾਰੇ ਹੈਲਥ ਡਿਪਾਰਟਮੈਂਟ ਦੇ ਕੰਮ ਆਏ, ਮੇਰੇ ਕੋਲੇ ਬਹੁਤ ਸਾਰੇ ਹੋਰਨਾਂ ਡਿਪਾਰਟਮੈਂਟਾਂ ਦੇ ਕੰਮ ਆਏ, ਜਿਨ੍ਹਾਂ ਦੇ ਮਾਤਾ ਪਿਤਾ ਕਿਸੇ ਨਾ ਕਿਸੇ ਕਾਰਨ ਡਿਪਾਰਟਮੈਂਟ 'ਚ ਆਪਣੀ ਜਾਨ ਖੋ ਬੈਠੇ, ਉਹਨਾਂ ਨੂੰ ਕੋਈ ਨੌਕਰੀ ਨਹੀਂ ਹੈਗੀ ਤਰਸ ਦੇ ਆਧਾਰ ਤੇ, ਕਿਉਂਕਿ ਉਹ ਕਿਸੇ ਮੰਤਰੀ ਦੇ ਨਾ ਧੀ ਨੇ, ਨਾ ਪੁੱਤ ਨੇ, ਨਾ ਜਵਾਈ ਨੇ, ਉਹ ਆਮ ਲੋਕਾਂ ਦੇ ਧੀਆਂ, ਆਮ ਲੋਕਾਂ ਦੇ ਘਰਾਂ ਦੇ ਮੁੰਡੇ ਕੁੜੀਆਂ ਨੇ। ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਸਮਝਦਾ ਕਾਂਗਰਸ ਪਾਰਟੀ ਦੇ ਮੇਰੇ MLA ਸਾਹਿਬਾਨ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਜਿਹੜੇ ਨੌਜਵਾਨ ਸੜਕਾਂ ਤੇ ਰੁਲ ਰਹੇ ਨੇਗੇ, ਜਾਂ ਜਿਹੜੇ ਉਹਨਾਂ ਨੂੰ ਤੁਸੀਂ ਆਪਦੇ ਘਰਾਂ 'ਚ ਬੁਲਾਓ ਤੇ ਉਹਨਾਂ ਨੂੰ ਅਡਾਪਟ ਕਰੋ। ਆਮ ਆਦਮੀ ਪਾਰਟੀ ਉਹਨਾਂ ਸਾਰੇ ਨੌਜਵਾਨਾਂ ਨੂੰ ਅਡਾਪਟ ਕਰਨਾ ਚਾਹੁੰਦੀ ਹੈ ਜਿਹੜੇ ਤਰਸ ਦੇ ਆਧਾਰ ਤੇ ਨੌਕਰੀ ਜਿਹੜਾ ਲੈਣਾ ਚਾਹੁੰਦੇ ਨੇ, ਕਿਉਂਕਿ ਜੇਕਰ ਇਹੀ ਕ੍ਰਾਈਟੇਰੀਆ ਕਿ ਅਸੀਂ MLA ਦੇ ਮੁੰਡੇ ਨੂੰ ਨੌਕਰੀ ਦੇਣੀ ਆ, ਮੰਤਰੀ ਦੇ ਮੁੰਡੇ ਨੂੰ ਨੌਕਰੀ ਦੇਣੀ ਆ, ਤਾਂ ਅਸੀਂ ਉਹਨਾਂ ਨੂੰ ਅਡਾਪਟ ਕਰ ਲੈਣੇ ਆ, ਭਾਈ ਸਾਡੇ ਫਿਰ ਦੇ ਦਿਓ ਨੌਕਰੀਆਂ। ਫਤਿਹਜੰਗ ਸਿੰਘ ਬਾਜਵਾ ਹੁਣਾਂ ਦੇ ਤੇ ਰਾਕੇਸ਼ ਪਾਂਡੇ ਹੁਣਾਂ ਦੇ ਬੇਟੇ ਨੂੰ ਨੌਕਰੀ ਦਿੱਤੀ ਗਈ ਸੀ ਔਰ ਫਤਿਹਜੰਗ ਬਾਜਵਾ ਹੁਣਾਂ ਨੇ ਤਾਂ ਵਿਡਰਾਅ ਕਰ ਲਿਆ ਬਕਾਇਦਾ ਤੌਰ ਤੇ। ਜਦੋਂ ਕਿਰਕਰੀ ਬਹੁਤ ਹੋਈ, ਉਹਨਾਂ ਨੇ ਕਿਹਾ ਕਿ ਅਸੀਂ ਨੌਕਰੀ ਨਹੀਂ ਕਰਨੀ, ਸਾਡਾ ਬੇਟਾ ਨੌਕਰੀ ਨਹੀਂ ਕਰੇਗਾ। ਔਰ ਦੂਸਰੇ ਬੰਨੇ ਰਾਕੇਸ਼ ਪਾਂਡੇ ਹੁਣੀ ਕਹਿ ਰਹੇ ਨੇ ਕਿ ਸਾਨੂੰ ਤਾਂ ਨੌਕਰੀ ਦਿੱਤੀ ਹੈ, ਸਾਡਾ ਹੱਕ ਬਣਦਾ ਸੀ, ਅਸੀਂ ਕਿਵੇਂ ਛੱਡੀਏ ਇਹਨਾਂ ਨੂੰ? ਉਹਨਾਂ ਨੂੰ ਕੀ ਕਹੋਗੇ ਪਾਂਡੇ ਸਾਹਿਬ ਹੁਣਾਂ ਨੂੰ? ਦੇਖੋ ਮੈਂ ਸਮਝਦਾ ਰਾਕੇਸ਼ ਪਾਂਡੇ ਜੀ ਨੇ ਲੰਬਾ ਅਰਸਾ ਸਿਆਸਤ ਦੇ ਵਿੱਚ ਵਿਚਰੇ ਨੇਗੇ। ਸੋ ਦੂਜੇ ਪਾਸੇ ਬਾਜਵਾ ਸਾਹਿਬ ਦੀ ਗੱਲ ਆ, ਉਹਨਾਂ ਨੇ ਜਦੋਂ ਇਨਸਲਟ ਹੋਈ, ਜਦੋਂ ਉਹਨਾਂ ਦੀ ਪੰਜਾਬ ਵਿੱਚ ਥਾਂ ਤੇ ਪੁਤਲੇ ਫੂਕਣ ਲੱਗੇ, ਉਸ ਤੋਂ ਬਾਅਦ ਵਿਡਰਾ ਕੀਤਾ ਗਿਆ। ਸੋ ਮੈਂ ਸਮਝਦਾ ਕਾਂਗਰਸ ਸਾਹਿਬ ਨੂੰ ਚਾਹੀਦਾ ਕਿ ਆਪਣੇ ਜਵਾਈ ਸਾਹਿਬ ਨੂੰ ਸਮਝਾ ਬੁਝਾ ਕੇ ਨੌਕਰੀ ਵਾਪਸ ਕਰ ਦੇਣ, ਕਿਉਂਕਿ ਅੱਜ ਪੰਜਾਬ ਦਾ ਬੱਚਾ ਰੁਜ਼ਗਾਰ ਦੀ ਭਾਲ ਦੇ ਵਿੱਚ, ਰੁਜ਼ਗਾਰ ਪ੍ਰਾਪਤੀ ਦੇ ਲਈ ਥਾਂ ਧਰਨਿਆਂ ਤੇ ਬੈਠਾ ਗਾ, ਥਾਂ ਆਪਣੀ ਜ਼ਿੰਦਗੀ ਨੂੰ ਜਿਹੜਾ ਹੈਗਾ ਉਹ ਸਿੱਕੇ ਤੇ ਟੰਗ ਕੇ ਕਦੇ ਨਹਿਰਾਂ ਛਾਲਾਂ ਮਾਰ ਰਿਹਾ ਹੈਗਾ, ਕਦੇ ਟਾਵਰਾਂ ਤੇ ਚੜ ਰਿਹਾ, ਕਦੇ ਟੈਂਕੀਆਂ ਤੇ ਚੜ ਰਿਹਾ। ਸਭ ਤੋਂ ਪਹਿਲਾਂ ਉਹਨਾਂ ਨੌਜਵਾਨਾਂ ਵੱਲ ਧਿਆਨ ਦਿਓ। ਬਹੁਤ ਧੰਨਵਾਦ ਚੀਮਾ ਸਾਹਿਬ। ਸੋ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਾਡੇ ਨਾਲ ਮੌਜੂਦ ਸਨ। ਹਰਪਾਲ ਸਿੰਘ ਚੀਮਾ ਹੁਣਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਵਿਡਰਾਅ ਕਰਨ, ਜਿੱਦਾਂ ਫਤਿਹਜੰਗ ਸਿੰਘ ਬਾਜਵਾ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਬਾਕਾਇਦਾ ਤੌਰ ਤੇ ਗੱਲ ਕਹੀ ਕਿ ਉਹਨਾਂ ਦਾ ਬੇਟਾ ਨੌਕਰੀ ਨਹੀਂ ਕਰੇਗਾ, ਤਾਂ ਗੁਰਪ੍ਰੀਤ ਸਿੰਘ ਕਾਂਗੜ ਹੁਣਾਂ ਨੂੰ ਵੀ ਇਹਨਾਂ ਨੇ ਨਸੀਹਤ ਦਿੱਤੀ ਹੈ ਕਿ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਆਪਦੇ ਜਵਾਈ ਨੂੰ ਕਹਿਣ ਕਿ ਨੌਕਰੀ ਨਾ ਕਰੇ, ਇਹ ਨੌਕਰੀ ਕਿਸੇ ਹੋਰ ਜ਼ਰੂਰਤਮੰਦ ਨੂੰ ਦਿੱਤੀ ਜਾਵੇ, ਕਿਉਂਕਿ ਕਹਿ ਰਹੇ ਨੇ ਕਿ ਹੋਰ ਬਹੁਤ ਸਾਰੇ ਇਹੋ ਜਿਹੇ ਕੇਸ ਹੈਗੇ ਆ, ਉਹਨਾਂ ਨੂੰ ਕਿਉਂ ਨਹੀਂ ਚੱਕਿਆ ਗਿਆ? ਕਿਉਂਕਿ ਉਹ ਕੇਸ ਹਾਈਲਾਈਟ ਨਹੀਂ ਹੋਏ। ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਦਫ਼ਤਰਾਂ ਦੇ ਗੇੜੇ ਕੱਢਦੇ ਫਿਰਦੇ ਆ, ਪਰ ਕੈਪਟਨ ਸਾਹਿਬ ਉਹਨਾਂ ਵੱਲ ਵੀ ਜਰਾ ਧਿਆਨ ਦਿਓ, ਕਿਉਂਕਿ ਉਹ ਲੋਕ ਵੀ ਰੁਜ਼ਗਾਰ ਭਾਲਦੇ ਨੇ, ਉਹ ਲੋਕ ਵੀ ਨੌਕਰੀਆਂ ਭਾਲ ਰਹੇ ਨੇ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੱਲਾ ਬੋਲਿਆ ਜਾਏਗਾ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV,